जनवरी मंथ ਦੇ ਵਿੱਚ ਅਸੀਂ ਐਲੀ ਮੰਗਟ ਅਸੀਂ ਗਏ ਅਸੀਂ ਕਿਹਾ ਜੀ ਸਾਨੂੰ ਸਿੱਟ ਦੀ ਰਿਪੋਰਟ ਦਿਓ ਸਾਨੂੰ ਪਤਾ ਲੱਗੇ ਵੀ ਤੁਸੀਂ ਕਾਰਵਾਈ ਕੀਤੀ ਹੈ ਕਿ ਨਹੀਂ ਕੀਤੀ ਜਿਹੜੇ ਉਦੋਂ ਦੇ ਤੁਸੀਂ ਇਹ ਕਹਿ ਲਓ ਕਿ ਅਕਿਊਜ਼ਡ ਅਫੀਸ਼ੀਅਲਸ ਨੇ ਦੋਸ਼ੀ ਜਿਨ੍ਹਾਂ ਨੇ ਉਹ ਤਸੱਦਦ ਢਾਇਆ ਜ਼ਮਾਨਤ ਤੇ ਅਸੀਂ ਉਹਦੀ ਕਰਾ ਕੇ ਲੈ ਗਏ ਪਰ ਜੋ ਉਹਦੇ ਸਰੀਰ ਦੇ ਉੱਪਰ ਨਿਸ਼ਾਨ ਅੱਜ ਵੀ ਜਿਹੜੇ ਨੇ ਉਹ ਹਰੇ ਨੇ ਉਹਨਾਂ ਦਾ ਹਿਸਾਬ ਹੋਣਾ ਅਜੇ ਬਾਕੀ ਸੀ। NRI ਕਮਿਸ਼ਨ ਪੰਜਾਬ ਦਾ ਅਸੀਂ ਦਰਵਾਜ਼ਾ ਖੜਕਾਤਾ। NRI ਕਮਿਸ਼ਨ 'ਚ ਅਸੀਂ ਲੈ ਕੇ ਗਏ ਜੀ ਕਿ ਮੈਟਰ ਰਿਲੇਟਸ ਟੂ NRI ਕਿਉਂਕਿ ਐਲੀ ਮੰਗਟ ਕੈਨੇਡਾ ਤੋਂ ਆਇਆ ਤੇ ਹਜੇ ਤੱਕ ਇਹਦੇ ਤੇ ਕੋਈ ਵੀ ਠੋਸ ਕਾਰਵਾਈ ਉਹਨਾਂ ਅਫੀਸ਼ੀਅਲਸ ਤੇ ਨਹੀਂ ਕੀਤੀ ਗਈ। ਈਵਨ ਉਹਨਾਂ ਨੂੰ ਤੁਸੀਂ ਇੱਕ ਛੋਟੀ ਜਿਹੀ ਕਾਰਵਾਈ ਹੁੰਦੀ ਨਾ ਵੀ ਲਾਈਨ ਹਾਜ਼ਰ ਕਰਤਾ ਉਹ ਵੀ ਨਹੀਂ ਕੀਤੀ ਗਈ। ਉਹ ਮੌਜਾਂ ਕਰ ਰਹੇ ਨੇ ਉਹਨਾਂ ਪੋਸਟਾਂ ਦੇ ਉੱਪਰ ਹੀ ਅਫੀਸ਼ੀਅਲਸ ਬੈਠੇ ਹੋਏ ਨੇ। ਉਹਨਾਂ ਨੇ 4 ਪੁਲਿਸ ਅਫੀਸ਼ੀਅਲਸ ਦੇ ਉੱਪਰ ਵਨ ਇਜ਼ SHO ਰਜੇਸ਼ ਅਸਤੀਰ ਨੇ, ਇੱਕ ਕੋਈ ਰਜੀਵ ਕੁਮਾਰ ਨੇ ਤੇ ਨਾਲ ਸਾਹਿਲ ਤੇ ਸਤਿੰਦਰ ਉਹ DSP ਦੇ ਗਨਮੈਨ ਜਿਨ੍ਹਾਂ ਨੇ ਮਾਰਕੁੱਟ ਕੀਤੀ। ਉਹਨਾਂ ਨੇ ਕਿਹਾ ਮਾਰਕੁਟਾਈ ਦੇ ਵਿੱਚ ਉਹਨਾਂ ਨੇ ਵਰਡ ਜਿਹੜਾ ਯੂਜ਼ ਕੀਤਾ ਹੈ ਕਿਉਂਕਿ ਸ਼ੀਲਡ ਤਾਂ ਹਮੇਸ਼ਾ ਆਫੀਸਰਸ ਨੂੰ ਕਰਦੇ ਹੀ ਕਰਦੇ ਨੇ, ਜਿਹੜਾ ਵਰਡ ਯੂਜ਼ ਕੀਤਾ ਹੈ ਉਹ ਕੀਤਾ ਹੈ ਧੱਕਾ ਮੁੱਕੀ। ਸਬਸੀਕੁਐਂਟ ਡਿਵੈਲਪਮੈਂਟ ਕੀ ਹੋਈ ਜਿਹੜੀ ਸਿੱਟ ਲੈ ਕੇ ਆਈ ਉਹ ਇਹ ਮੰਨ ਕੇ ਲੈ ਕੇ ਆਈ ਕਿ 7000 ਆਸਟ੍ਰੇਲੀਅਨ ਡਾਲਰ ਜਿਹੜੇ ਨੇ ਉਹ ਦਿੱਤੇ ਨੇ ਤੇ ਇਹਨਾਂ ਨੇ ਲਏ ਨੇ ਮੁਲਾਜ਼ਮਾਂ ਨੇ। ਐਲੀ ਮੰਗਟ ਦਾ ਇੱਕ ਫਰੈਂਡ ਸੀ ਦੁਰਾਹੇ ਤੋਂ, ਉਹਦਾ ਬਚਪਨ ਦਾ ਫਰੈਂਡ ਸੀਗਾ ਮੁੰਡਾ ਅਮੁਲਪ੍ਰੀਤ ਤੇ ਉਹ ਆਸਟ੍ਰੇਲੀਆ ਵੀ ਇਹਦੇ ਨਾਲ ਰਿਹਾ। ਉਹਨੂੰ ਉਹ 7000 ਜਿਹੜੇ ਆਸਟ੍ਰੇਲੀਅਨ ਡਾਲਰ ਨੇ ਅਪਰੋਕਸੀਮੇਟਲੀ ਮੈਨੂੰ ਲੱਗਦਾ 4.5 ਲੱਖ ਰੁਪਈਆ ਇਹ ਬਣਦਾ ਸੀਗਾ। ਉਹ ਸਿੱਟ ਨੇ ਮੰਨ ਲਿਆ ਵੀ ਜਿਹੜਾ ਉਹ ਜਸਦੀਪ ਸਿੰਘ ਹੈ ਜਿਹੜਾ ਜੱਸੀ ਜਿਹੜਾ ਹੈ ਮੁੰਸ਼ੀ ਉਹਦੇ ਕੋਲੋਂ ਪਾਏ ਗਏ ਨੇ। ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਹਮੇਸ਼ਾ ਹੀ ਵਾਦ ਵਿਵਾਦ ਦਾ ਸਿਲਸਿਲਾ ਚੱਲਦਾ ਰਹਿੰਦਾ। ਜਦੋਂ ਵੀ ਕੋਈ ਕਲਾਕਾਰ ਆਪਣੀ ਮਿਹਨਤ ਦੇ ਸਦਕਾ ਉੱਪਰ ਜਾਂਦਾ ਤਾਂ ਉਸ ਦੇ ਦੁਸ਼ਮਣ ਵੀ ਜ਼ਰੂਰ ਪੈਦਾ ਹੁੰਦੇ ਨੇ। ਪਿੱਛੇ ਜੇ ਐਲੀ ਮੰਗਟ ਅਤੇ ਰੰਧਾਵਾ ਬ੍ਰਦਰ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਸਾਰੀ ਦੁਨੀਆ ਜਾਣੂ ਆ, ਲੇਕਿਨ ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਈ। ਕਾਨੂੰਨੀ ਪ੍ਰਕਿਰਿਆ ਦੌਰਾਨ ਸਿੱਟ ਦਾ ਗਠਨ ਕੀਤਾ ਗਿਆ ਕਿਉਂਕਿ ਕਲਾਕਾਰਾਂ ਵੱਲੋਂ ਪੁਲਿਸ ਤੇ ਦੋਸ਼ ਲਗਾਏ ਗਏ ਸੀ। ਉਹਨਾਂ ਇਲਜ਼ਾਮਾਂ ਨੂੰ ਸਹੀ ਜਾਂ ਗਲਤ ਕਹਿਣ ਦੀ ਜ਼ਿੰਮੇਵਾਰੀ ਸਿੱਟ ਨੂੰ ਦਿੱਤੀ ਗਈ। ਸਿੱਟ ਨੇ ਉਸ ਦੀ ਸਾਰੀ ਘੋਖ ਕਰਨੀ ਸੀ। ਸੋ ਸਿੱਟ ਦੀ ਜਿਹੜੀ ਰਿਪੋਰਟ ਆਈ ਆ ਉਹ ਕੀ ਆ, ਸਾਡੇ ਨਾਲ ਵਕੀਲ GS ਘੁੰਮਣ ਜੀ ਨੇ, ਉਹਨਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਸਿੱਟ ਦੇ ਵੱਲੋਂ ਕੀ ਸਾਹਮਣੇ ਆਇਆ। ਘੁੰਮਣ ਸਾਹਿਬ, ਜਿਹੜਾ ਇਹ ਮਾਮਲਾ ਸੀਗਾ ਤੇ ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ? ਦੇਖੋ, ਮੈਂ ਇੱਥੇ ਦੱਸਣਾ ਚਾਹੂੰਗਾ ਕਿ ਐਲੀ ਮੰਗਟ ਦੇ ਅਸੀਂ ਮੁੱਖ ਵਕੀਲ ਹਾਂ ਘੁੰਮਣ ਬ੍ਰਦਰਸ, ਔਰ ਅਸੀਂ ਇਹਦੇ ਵਿੱਚ ਵੀਰ ਜੀ ਅਸੀਂ ਜਦੋਂ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਤਸੱਦਦ ਮੋਹਾਲੀ ਪੁਲਿਸ ਨੇ ਸੋਹਾਣਾ ਪੁਲਿਸ ਨੇ ਉਹਦੇ ਨਾਲ ਢਾਇਆ ਸੀ ਉਹ ਸਾਰਿਆਂ ਨੂੰ ਪਤਾ ਹੈ। ਉਹਦੇ ਤੇ ਉਹਦੀ ਜਦੋਂ ਜ਼ਮਾਨਤ ਹੋਈ ਸੀ ਉਹ ਹੋਈ ਸੀਗੀ 18 ਸਤੰਬਰ ਨੂੰ ਜੀ। ਲਗਭਗ ਅੱਜ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ 13 ਮਹੀਨੇ ਲਗਭਗ ਹੋਣ ਵਾਲੇ ਨੇ ਜੀ। ਜ਼ਮਾਨਤ ਹੋਣ ਤੋਂ ਬਾਅਦ ਅਸੀਂ ਉਹਦਾ ਸਾਰਾ ਮਾਮਲਾ ਸਿੱਟ ਦੇ ਅਸੀਂ DGP ਸਾਹਿਬ ਨੂੰ ਮਿਲੇ ਕਿ ਸਿੱਟ ਬਣਾ ਦਿਓ। ਸਿੱਟ ਜਿਹੜੀ ਸੀਗੀ ਜੀ ਉਹ ਰੂਪਨਗਰ IG ਨੇ ਅਮਿਤ ਪ੍ਰਸਾਦ ਜੀ ਉਹਨਾਂ ਦੀ ਰਹਿਨਮਾਈ ਦੇ ਥੱਲੇ ਇੱਕ ਸਿੱਟ ਜਿਹੜੀ ਸੀ ਉਹ ਗਠਿਤ ਕਰ ਦਿੱਤੀ। ਸਿੱਟ ਗਠਿਤ ਕੀਤੀ ਸੀ 24 ਸਤੰਬਰ ਨੂੰ। 23/11 ਨੂੰ ਉਹਨੇ ਸਿੱਟ ਨੇ ਜਿਹੜੀ ਆਪਣੀ ਰਿਪੋਰਟ ਸੀ ਉਹ DGP ਪੰਜਾਬ ਦੇ ਸਬਮਿਟ ਕਰਤੀ। ਜਨਵਰੀ ਮੰਥ ਦੇ ਵਿੱਚ ਅਸੀਂ ਐਲੀ ਮੰਗਟ ਅਸੀਂ ਗਏ ਅਸੀਂ ਕਿਹਾ ਜੀ ਸਾਨੂੰ ਸਿੱਟ ਦੀ ਰਿਪੋਰਟ ਦਿਓ ਸਾਨੂੰ ਪਤਾ ਲੱਗੇ ਵੀ ਤੁਸੀਂ ਕਾਰਵਾਈ ਕੀਤੀ ਹੈ ਕਿ ਨਹੀਂ ਕੀਤੀ। ਜਿਹੜੇ ਉਦੋਂ ਦੇ ਤੁਸੀਂ ਇਹ ਕਹਿ ਲਓ ਕਿ ਅਕਿਊਜ਼ਡ ਅਫੀਸ਼ੀਅਲਸ ਨੇ ਦੋਸ਼ੀ ਜਿਨ੍ਹਾਂ ਨੇ ਉਹ ਤਸੱਦਦ ਢਾਇਆ ਜ਼ਮਾਨਤ ਤੇ ਅਸੀਂ ਉਹਦੀ ਕਰਾ ਕੇ ਲੈ ਗਏ ਪਰ ਜੋ ਉਹਦੇ ਸਰੀਰ ਦੇ ਉੱਪਰ ਨਿਸ਼ਾਨ ਅੱਜ ਵੀ ਜਿਹੜੇ ਨੇ ਉਹ ਹਰੇ ਨੇ ਉਹਨਾਂ ਦਾ ਹਿਸਾਬ ਹੋਣਾ ਅਜੇ ਬਾਕੀ ਸੀਗਾ। ਸੋ ਅਸੀਂ ਉੱਥੇ ਗਏ, ਅਸੀਂ ਜਾ ਕੇ DGP ਪੰਜਾਬ ਨਾਲ ਗੱਲ ਕੀਤੀ। ਉਹ ਕਹਿੰਦੇ ਜੀ ਕਿ ਹਜੇ ਅੰਡਰ ਕੰਸੀਡਰੇਸ਼ਨ ਹੈ, ਹਜੇ ਕੋਈ ਫੈਸਲਾ ਨਹੀਂ ਆਇਆ। ਅਲਟੀਮੇਟਲੀ ਅਸੀਂ 1-2 ਮੰਥ ਹੋਰ ਵੇਟ ਕੀਤੀ। ਫਰਵਰੀ 2020 ਦੇ ਵਿੱਚ ਸਰ ਅਸੀਂ ਓਨੇਬਲ NRI ਕਮਿਸ਼ਨ ਪੰਜਾਬ ਦਾ ਅਸੀਂ ਦਰਵਾਜ਼ਾ ਖੜਕਾਤਾ। NRI ਕਮਿਸ਼ਨ 'ਚ ਅਸੀਂ ਲੈ ਕੇ ਗਏ ਜੀ ਕਿ ਮੈਟਰ ਰਿਲੇਟਸ ਟੂ NRI ਕਿਉਂਕਿ ਐਲੀ ਮੰਗਟ ਕੈਨੇਡਾ ਤੋਂ ਆਇਆ ਤੇ ਹਜੇ ਤੱਕ ਇਹਦੇ ਤੇ ਕੋਈ ਵੀ ਠੋਸ ਕਾਰਵਾਈ ਉਹਨਾਂ ਅਫੀਸ਼ੀਅਲਸ ਤੇ ਨਹੀਂ ਕੀਤੀ ਗਈ। ਈਵਨ ਉਹਨਾਂ ਨੂੰ ਤੁਸੀਂ ਇੱਕ ਛੋਟੀ ਜਿਹੀ ਕਾਰਵਾਈ ਹੁੰਦੀ ਨਾ ਵੀ ਲਾਈਨ ਹਾਜ਼ਰ ਕਰਤਾ ਉਹ ਵੀ ਨਹੀਂ ਕੀਤੀ ਗਈ। ਉਹ ਮੌਜਾਂ ਕਰ ਰਹੇ ਨੇ ਉਹਨਾਂ ਪੋਸਟਾਂ ਦੇ ਉੱਪਰ ਹੀ ਅਫੀਸ਼ੀਅਲਸ ਬੈਠੇ ਹੋਏ ਨੇ। NRI ਕਮਿਸ਼ਨ ਨੇ ਫਸਟ ਹੀਅਰਿੰਗ ਦੇ ਉੱਪਰ ਹੀ ਉਹਨਾਂ ਨੇ DGP ਪੰਜਾਬ ਨੂੰ ਸਮਨ ਕੀਤਾ ਕਿ ਤੁਸੀਂ ਜਿਹੜੀ ਰਿਪੋਰਟ ਹੈ ਉਹ ਕਿਉਂ ਅੰਡਰ ਕਾਰਪੇਟ ਕੀਤੀ, ਉਹ ਕਿਉਂ ਨਸ਼ਰ ਨਹੀਂ ਕਰ ਰਹੇ, ਤੁਸੀਂ ਕਿਉਂ ਨਹੀਂ ਦੇ ਰਹੇ, ਉਹਨੂੰ ਕਿਉਂ ਨਹੀਂ ਤੁਸੀਂ ਡਿਸਕਲੋਜ਼ ਕਰ ਰਹੇ। ਤਾਂ ਚਲੋ ਕਰੋਨਾ ਐਪੀਡਿਕ ਦਾ ਆ ਗਿਆ ਚੈਪਟਰ ਮਾਰਚ ਦੇ ਵਿੱਚ, ਉਹ ਸਾਡੀ ਹੀਅਰਿੰਗ ਜਿਹੜੀ ਸੀ April May 'ਚ ਸੀ। ਉਹ ਅਲਟੀਮੇਟਲੀ ਸਰ ਹੁਣ ਮੈਂ ਤੁਹਾਨੂੰ ਇਹ ਦੱਸੂਗਾ ਕਿ ਚਲੋ 4-5 ਮਹੀਨੇ ਕਰੋਨਾ ਕਰਕੇ ਜ਼ਰੂਰ ਡਿਲੇ ਹੋਈ।
ਹੁਣ ਉਹਦੀ ਲਾਸਟ ਜਿਹੜੀ ਸਾਡੀ ਡੇਟ ਸੀਗੀ ਆਪਣਾ ਸਤੰਬਰ ਮੰਥ ਦੇ ਵਿੱਚ, ਉਹਦੇ ਵਿੱਚ ਜਿਹੜੀ ਸਿੱਟ ਦੀ ਰਿਪੋਰਟ ਹੋਈ ਉਹ ਆ ਗਈ। ਉਹ ਸਿੱਟ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ 4 ਪੁਲਿਸ ਅਫੀਸ਼ੀਅਲਸ ਦੇ ਉੱਪਰ, ਵਨ ਇਜ਼ SHO ਰਜੇਸ਼ ਅਸਥਿਰ ਨੇ, ਇੱਕ ਕੋਈ ਰਾਜੀਵ ਕੁਮਾਰ ਨੇ, ਤੇ ਨਾਲ ਸਾਹਿਲ ਤੇ ਸਤਿੰਦਰ ਉਹ DSP ਦੇ ਗਨਮੈਨ, ਜਿਨ੍ਹਾਂ ਨੇ ਮਾਰਕੁੱਟ ਕੀਤੀ। ਉਹਨਾਂ ਨੇ ਕਿਹਾ ਮਾਰਕੁਟਾਈ ਦੇ ਵਿੱਚ ਉਹਨਾਂ ਨੇ ਵਰਡ ਜਿਹੜਾ ਯੂਜ਼ ਕੀਤਾ ਹੈ, ਕਿਉਂਕਿ ਸ਼ੀਲਡ ਤਾਂ ਹਮੇਸ਼ਾ ਆਫੀਸਰਸ ਨੂੰ ਕਰਦੇ ਹੀ ਕਰਦੇ ਨੇ, ਜਿਹੜਾ ਵਰਡ ਯੂਜ਼ ਕੀਤਾ ਹੈ ਉਹ ਕੀਤਾ ਹੈ ਧੱਕਾ ਮੁੱਕੀ। ਤਾਂ ਸਪੈਸੀਫਿਕਲੀ ਇੱਕ ਤਾਂ ਉਹ ਚੀਜ਼ ਆ ਚੁੱਕੀ ਹੈ ਜਿਹਦੇ ਚ ਰਜੇਸ਼ ਅਸਥਿਰ ਵਗੈਰਾ ਸਾਰਿਆਂ ਦੇ ਉੱਪਰ। ਇੱਕ ਉੱਥੋਂ ਦਾ ਮੁੰਸ਼ੀ ਸੀਗਾ ਜੀ ਜਸਦੀਪ, ਉਦੋਂ ਕਾਂਸਟੇਬਲ ਸੀ, ਹੁਣ ਅੱਜ ਕੱਲ੍ਹ ਉਹ ਹੌਲਦਾਰ ਬਣਿਆ ਹੋਇਆ ਹੈ। ਮਤਲਬ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਮੋਸ਼ਨ ਦੇ ਦਿੱਤੀ ਗਈ ਹੈ ਤੁਹਾਡੇ ਕੋਲ? ਬਿਲਕੁਲ ਦੇ ਦਿੱਤੀ ਗਈ ਹੈ। ਉਦੋਂ ਕਾਂਸਟੇਬਲ ਸੀ, ਨਾਓ ਹੀ ਇਜ਼ ਪ੍ਰਮੋਟਡ ਐਜ਼ ਏ ਹੈਡ ਕਾਂਸਟੇਬਲ। ਔਰ ਸਬਸੀਕੁਐਂਟ ਡਿਵੈਲਪਮੈਂਟ ਕੀ ਹੋਈ, ਜਿਹੜੀ ਸਿੱਟ ਲੈ ਕੇ ਆਈ ਉਹ ਇਹ ਮੰਨ ਕੇ ਲੈ ਕੇ ਆਈ ਕਿ 7000 ਆਸਟ੍ਰੇਲੀਅਨ ਡਾਲਰ ਜਿਹੜੇ ਨੇ ਉਹ ਦਿੱਤੇ ਨੇ ਤੇ ਇਹਨਾਂ ਨੇ ਲਏ ਨੇ ਮੁਲਾਜ਼ਮਾਂ ਨੇ। ਅੱਛਾ, 7000 ਆਸਟ੍ਰੇਲੀਅਨ ਡਾਲਰ ਜਿਹੜਾ ਐਲੀ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਸੀ ਗਨਮੈਨ? ਐਲੀ ਮਾਂਗੜ ਦਾ ਇੱਕ ਫਰੈਂਡ ਸੀ ਦੁਰਾਹੇ ਤੋਂ, ਉਹਦਾ ਬਚਪਨ ਦਾ ਫਰੈਂਡ ਸੀਗਾ ਮੁੰਡਾ ਅਮੁਲਪ੍ਰੀਤ, ਤੇ ਉਹ ਆਸਟ੍ਰੇਲੀਆ ਵੀ ਇਹਦੇ ਨਾਲ ਰਿਹਾ। ਉਹਨੂੰ ਉਹ 7000 ਜਿਹੜੇ ਆਸਟ੍ਰੇਲੀਅਨ ਡਾਲਰ ਨੇ, ਅਪਰੋਕਸੀਮੇਟਲੀ ਮੈਨੂੰ ਲੱਗਦਾ 4.5-5 ਲੱਖ ਰੁਪਈਆ ਇਹ ਬਣਦਾ ਸੀਗਾ। ਉਹ ਸਿੱਟ ਨੇ ਮੰਨ ਲਿਆ ਵੀ ਜਿਹੜਾ ਉਹ ਜਸਦੀਪ ਸਿੰਘ ਹੈ, ਜਿਹੜਾ ਜੱਸੀ ਜਿਹੜਾ ਹੈ ਮੁੰਸ਼ੀ, ਉਹਦੇ ਕੋਲੋਂ ਪਾਏ ਗਏ ਨੇ। ਹੁਣ ਸਵਾਲ ਮੇਰਾ ਇਹ ਹੈ ਕਿ ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ, ਜਿਹਨੂੰ ਆਪਾਂ PC ਐਕਟ ਬੋਲਦੇ ਹਾਂ, ਉਹ ਐਕਟ ਕਦ ਲਈ ਬਣਿਆ ਹੋਇਆ ਹੈ? ਤੁਸੀਂ ਇਨਸਟੈਡ ਆਫ ਹੁਣ ਕੀਤਾ ਕਿ ਉਹ ਸਿੱਟ ਨੇ ਰਿਪੋਰਟ ਦੇਤੀ, ਹੁਣ ਉਹਦੀ ਜਿਹੜੀ ਡਿਪਾਰਟਮੈਂਟਲ ਹੈ ਹੁਣ ਉਹ ਉਹਨਾਂ ਸਾਰੇ ਮੁਲਾਜ਼ਮਾਂ ਦੀ ਖੁੱਲੀ ਹੋਈ ਹੈ। ਔਰ ਵਿਦ ਰਿਗਾਰਡ ਟੂ DSP ਰਮਨਦੀਪ ਇਹ ਕੀਤਾ ਗਿਆ ਜੀ, ਹਾਂ ਇਹ ਐਡਮਿਟ ਕਰਦੇ ਆ ਵੀ ਉਹਦੀ ਨਿਗਰਾਨੀ ਥੱਲੇ ਹੋਇਆ, ਬਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਹਦਾ ਕੋਈ ਬੜਾ ਰੋਲ ਸਾਹਮਣੇ ਨਹੀਂ ਆਇਆ। ਸੋ ਜਿੱਦਾਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਹ ਕਹਿ ਲਓ ਕਿ ਇੱਕ ਵੱਡੇ ਆਫੀਸਰ ਨੂੰ ਸ਼ੀਲਡ ਕਰਕੇ SHO ਇਨਵੋਲਵ ਕਰ ਲਿਆ ਔਰ ਥੱਲੜੇ ਆਫੀਸਰ। ਹੁਣ ਮੇਰਾ ਸਰ ਸਵਾਲ ਇਹ ਹੈ ਕਿ DGP ਸਾਹਿਬ ਨੇ ਅਪਰੂਵ ਕਰਕੇ ਹੁਣ ਉਹ ਮੋਹਾਲੀ ਪੁਲਿਸ ਦੇ ਕੋਲ ਫॉर ਐਕਸ਼ਨ ਲਈ ਚੱਲ ਰਿਹਾ ਹੈ। ਮੇਰਾ ਸਵਾਲ ਇੱਥੇ ਇਹ ਸੀਗਾ ਕਿ ਕੀ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਪਲੱਸ ਇੰਡੀਅਨ ਪੈਨਲ ਕੋਡ ਦੇ ਥੱਲੇ ਜਿਹੜੀ MLR ਰਿਪੋਰਟ ਸੀ, 7 ਇੰਜਰੀਜ਼ ਆਈਆਂ ਸੀ, ਉਹਦੇ ਥੱਲੇ ਜੇ ਸਰ ਕੋਈ ਮੈਂ ਲੜ ਪਵਾਂ, ਕੋਈ ਸੱਜਾ ਖੱਬਾ ਲੜ ਪਵੇ, ਔਨ ਦੀ ਬੇਸਿਸ ਆਫ MLR ਫੱਟ ਪਰਚਾ ਜਿਹੜਾ ਉਹ ਰਜਿਸਟਰਡ ਹੁੰਦਾ ਹੈ। ਇਸ ਤੋਂ ਇਲਾਵਾ ਸੈਕਸ਼ਨ 67 ਹੈ ਸਰ ਪੰਜਾਬ ਪੁਲਿਸ ਐਕਟ 2007 ਦਾ। ਉਹ ਸੈਕਸ਼ਨ 67 ਕੀ ਕਹਿੰਦਾ ਹੈ ਕਿ ਜੇਕਰ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਮੁਲਾਜ਼ਮ ਵਰਦੀ ਪਾ ਕੇ, ਤਾਂ ਉਹਦੇ ਤੇ ਸੈਕਸ਼ਨ 67 ਥੱਲੇ FIR ਜਿਹੜੀ ਉਹ ਰਜਿਸਟਰਡ ਹੋਏਗੀ। ਕੀ ਇਹਨਾਂ ਸੈਕਸ਼ਨਾਂ ਦੇ ਇਹਨਾਂ ਐਕਟਾਂ ਥੱਲੇ ਹੁਣ ਤੱਕ ਜਿਹੜਾ ਪਰਚਾ ਉਹ ਕਿਉਂ ਨਹੀਂ ਦਰਜ ਕੀਤਾ ਗਿਆ? ਮੇਰਾ ਕੁਐਸਚਨ ਤੁਹਾਨੂੰ ਇਹੀ ਸੀਗਾ ਕਿ ਤੁਸੀਂ ਹਰ ਤੱਕ ਪਹੁੰਚ ਕੀਤੀ ਆ, ਸੋ ਹਲੇ ਤੱਕ ਕਿਤੇ ਵੀ ਜਿਹੜਾ ਪਰਚਾ ਰਜਿਸਟਰ ਕਰਨ ਦੀ ਗੱਲ ਆਈ ਆ ਕਿ ਨਹੀਂ ਆਈ, ਜਾਂ ਕਿਸੇ ਨੂੰ ਕਿਹਾ ਗਿਆ ਕਿ ਸਿੱਟ ਵੱਲੋਂ ਕਿ ਇਹਨਾਂ ਦੀ ਛਾਣਬੀਨ ਕਰਕੇ ਪਰਚਾ ਰਜਿਸਟਰ ਕੀਤਾ? ਦੇਖੋ, ਜਿਹੜਾ DGP ਸਾਹਿਬ ਨੇ ਸਿੱਟ ਦੀ ਰਿਪੋਰਟ ਹੈ, ਨੋ ਡਾਊਟ ਡਿਪਾਰਟਮੈਂਟਲ ਸਾਰਿਆਂ ਦੀਆਂ ਖੁੱਲ ਚੁੱਕੀਆਂ ਨੇ। ਹੁਣ ਇਸ ਤੋਂ ਬਾਅਦ ਉਹਨਾਂ ਦਾ ਇਹੀ ਹੋਊਗਾ ਕਿ ਡਿਪਾਰਟਮੈਂਟਲ, ਮੈਂ ਕਹਿੰਦਾ ਠੀਕ ਹੈ ਤੁਸੀਂ ਡਿਪਾਰਟਮੈਂਟਲ, ਮੈਨੂੰ ਛੋਟੀ ਪਨਿਸ਼ਮੈਂਟ ਨਹੀਂ ਚਾਹੀਦੀ, ਇੱਥੇ ਵੀ ਕੈਪੀਟਲ ਪਨਿਸ਼ਮੈਂਟ ਚਾਹੀਦੀ ਹੈ। ਇਹ ਨਾ ਹੋਵੇ ਜੀ ਵੀ ਇਹਦੀ 4 ਮਹੀਨੇ ਦੀ ਤਨਖਾਹ ਕੱਟ ਲਓ, ਇਹਨੂੰ ਲਾਈਨ ਹਾਜ਼ਰ ਕਰ ਦਿਓ, ਇਹਨੂੰ ਕਮ ਸੇ ਕਮ ਡਿਸਮਿਸਲ ਜਿਹੜੀ ਹੈ ਉਹ ਮੈਂ ਇਸ ਚੀਜ਼ 'ਚ ਸਾਡੀ ਮੰਗ ਹੈ, ਅਸੀਂ ਤਾਂ ਸੈਟੀਸਫਾਈ ਹੁੰਦੇ ਹਾਂ। ਨੰਬਰ 1 ਪੈਰਲਲ ਵੇ ਜਿਹੜੀ FIR ਹੈ ਉਹ ਤਾਂ DGP ਸਾਹਿਬ ਨੂੰ IG ਸਾਡੇ ਅਮਿਤ ਪ੍ਰਸ਼ਾਦ ਨੇ, ਬੜੇ ਓਨੈਸਟ ਆਫੀਸਰ ਨੇ, ਉਹਨੂੰ ਨਾਲ ਦੀ ਨਾਲ ਇਸ਼ੂ ਕਰ ਦੇਣੀ ਚਾਹੀਦੀਆਂ ਸੀ ਡਾਇਰੈਕਸ਼ਨ ਵੀ ਇਹਦਾ ਸੈਪਰੇਟ FIR ਵੀ ਰਜਿਸਟਰਡ ਕੀਤਾ ਜਾਵੇ। ਲੈਟਸ ਸੀ ਉਹ ਚੱਲ ਰਹੀ ਹੈ। ਮੈਨੂੰ ਲੱਗਦਾ ਸਾਡੀ NRI ਕਮਿਸ਼ਨ ਵੀ ਜਿਹੜੀ ਨੈਕਸਟ ਹੀਅਰਿੰਗ ਹੈ ਉਹ ਮੈਂ ਕਿਹਾ 10-12 ਹੈ ਜੀ, 10th of December ਲਈ ਫਿਕਸ ਹੈ। ਤੇ ਡੈਫੀਨੇਟਲੀ ਸਾਨੂੰ NRI ਕਮਿਸ਼ਨ ਜਸਟਿਸ ਸ਼ੇਖਰ ਜੀ ਨੇ ਕਿਹਾ, ਉਹ ਕਹਿੰਦੇ ਕਿ ਜੇ ਇਫ ਯੂ ਆਰ ਨਾਟ ਸੈਟਿਸਫਾਈਡ ਵਿਦ ਦੀ ਇਨਕੁਆਇਰੀ ਕੰਡਕਟਡ ਬਾਈ ਦੀ ਸਿਟ, definitely you have a right to approach the again and with the objections whatever you have। ਸੋ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਜੇਕਰ ਤੁਹਾਨੂੰ ਕੋਈ ਇਤਰਾਜ਼ ਹੈ ਇਸ ਸਿੱਟ ਦੀ ਰਿਪੋਰਟ ਤੇ ਤਾਂ ਮੈਨੂੰ ਦੱਸੋ, ਮੈਂ ਇੱਥੇ ਡੈਫੀਨੇਟਲੀ ਬੈਠਾ। ਜਿਹੜੀ ਤੁਹਾਡੇ ਮਤਲਬ ਪੱਖ ਤੋਂ ਗੱਲ ਕਰੀਏ ਜਾਂ ਜੁਡੀਸ਼ੀਅਰੀ ਦੇ ਪੱਖ ਤੋਂ ਗੱਲ ਕਰੀਏ, ਪੁਲਿਸ ਦੇ ਜਿੰਨੇ ਤੁਸੀਂ 2 SHO ਕਹੇ ਨੇ, 2 ਗਨਮੈਨ ਕਹੇ ਨੇ, ਤੇ ਤੁਸੀਂ DSP ਦਾ ਵੀ ਨਾਮ ਲੈ ਰਹੇ ਹੋ, ਸੋ ਇਹ ਵਿਅਕਤੀਆਂ ਦੇ ਕਿਹੜੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋ ਸਕਦਾ ਜੇਕਰ ਸਹੀ ਤਰੀਕੇ ਨਾਲ ਕਾਨੂੰਨ ਦੀ ਪਾਲਣਾ? ਸਰ ਦੇਖੋ, ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ ਜਿਹੜੀ 7 ਹੈ ਉਹ ਕਲੀਅਰ ਕੱਟ ਬਣ ਰਹੀ ਹੈ। ਜਦੋਂ ਤੁਸੀਂ ਐਡਮਿਸ਼ਨ ਹੀ ਕਰ ਲਈ ਯਾਰ ਪੈਸੇ ਦੀ, ਉਹਦੇ ਵਿੱਚ ਤਾਂ ਇਹੀ ਹੈ ਵੀਰ ਜੀ ਕਿ ਜੇਕਰ 10 ਰੁਪਏ ਵੀ ਸਰਕਾਰੀ ਅਫੀਸ਼ੀਅਲ ਡਿਊਟੀ 'ਚ ਹੋ ਕੇ ਅਸੀਂ ਜੇ ਕਿਸੇ ਤੋਂ 1 ਰੁਪਈਆ ਵੀ, 1 ਕੁਆਇਨ ਵੀ ਅਸੀਂ ਲੈ ਲਿਆ, ਤਾਂ ਪ੍ਰੀਵੈਂਸ਼ਨ ਆਫ ਕਰਪਸ਼ਨ ਦੇ ਇਨਗਰੀਡੀਐਂਟਸ ਜਿਹਨੂੰ ਕਹਿੰਦੇ ਨੇ ਉਹ ਪੂਰੇ ਹੋ ਜਾਂਦੇ ਨੇ। ਸੋ ਇੱਥੇ ਤਾਂ ਸਰ 4.5-5 ਲੱਖ ਰੁਪਈਆ ਆਪਾਂ ਲੈ ਲਿਆ, ਔਰ ਉਹ ਚੀਜ਼ ਤੁਹਾਡੀ ਸਿੱਟ ਦੀ ਰਿਪੋਰਟ 'ਚ ਆ ਗਈ। ਮੈਂ ਨਹੀਂ ਕਹਿ ਰਿਹਾ, ਹੁਣ ਮੈਂ ਨਹੀਂ ਕਹਿ ਰਿਹਾ ਵੀ ਇਹਦੇ 'ਚ ਉਹ ਹੋਇਆ ਜਾਂ ਹੋਇਆ। ਇਹ 7000 ਡਾਲਰ ਜਿਹੜੇ ਨੇ ਇਹ ਆਪ ਆ ਚੁੱਕੇ ਨੇ। ਸਮਾਨ ਜਿਹੜਾ ਹੁਣ ਤੁਸੀਂ ਇੰਡੀਅਨ ਪੈਨਲ ਕੋਡ ਦੀ ਗੱਲ ਕਰਦੇ ਹੋ, ਉਹ ਔਨ ਦੀ ਬੇਸਿਸ ਆਫ ਜਿਹੜੀ ਹੈਗੀ ਹੈ ਸਾਡੀ MLR ਕੀ ਧਾਰਾ 23-24 ਬਣਦੀ ਹੈ,
ਠੀਕ ਹੈ ਕਿ ਉਹਦੇ ਵਿੱਚ ਕਿਉਂਕਿ ਉਹਦੇ ਕਈ ਇੰਜਰੀਜ਼ ਇਦਾਂ ਦੀਆਂ ਸੀਗੀਆਂ ਜਿਹੜੀਆਂ ਗ੍ਰੀਵੀਅਸ ਵੀ ਸੀਗੀਆਂ, ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕੋਈ ਕੰਨ ਦਾ ਪਰਦਾ ਜਿਹੜਾ ਸੀਗਾ ਉਹਦਾ ਫਟ ਗਿਆ ਸੀਗਾ। ਸੋ ਇਹ ਚੀਜ਼ਾਂ ਨੂੰ ਦੇਖ ਕੇ ਇਹ ਓਪੀਨੀਅਨ ਲੈ ਕੇ ਇੰਡੀਅਨ ਪੈਨਲ ਕੋਡ ਦੇ ਥੱਲੇ ਵੀ ਕਲੀਅਰ ਕੱਟ ਉਹ ਜਿਹੜਾ ਹੈਗਾ ਸੈਪਰੇਟ ਕੰਪਲੇਂਟ ਜਿਹੜੀ ਉਹ ਬਣਦੀ ਏ, ਔਰ ਉਹਦੇ ਤੋਂ ਇਲਾਵਾ ਉੱਥੇ ਫੋਟੋਗ੍ਰਾਫਸ ਵੀ ਇਹਦੀਆਂ ਜਿਹੜੀਆਂ ਸੀਗੀਆਂ ਨੇਕਡ ਉਹ ਵੀ ਲਈਆਂ ਸੀਗੀਆਂ। ਚਲੋ ਸਾਡੇ ਐਲੀਗੇਸ਼ਨ ਸੀ ਸਿੱਟ 'ਚ, ਉਹਦੇ ਬਾਰੇ ਕੋਈ ਐਡੀ ਗੱਲ ਆਈ ਨਹੀਂ। ਸੋ ਅੱਗੇ ਜਿਹੜਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਪੰਜਾਬ ਪੁਲਿਸ ਐਕਟ 2007 ਦੀ ਜਿਹੜੀ ਧਾਰਾ 67 ਉਹ ਕਲੀਅਰਲੀ ਬਣ ਰਹੀ ਹੈ। ਤੇ ਜੇ ਇਹ ਨਹੀਂ ਹੁੰਦਾ ਤਾਂ ਤੁਹਾਡਾ ਨੈਕਸਟ ਜਿਹੜਾ ਕਿਉਂਕਿ ਐਲੀ ਮਾਂਗਟ ਦੀ ਗੱਲ ਕਰ ਲਈ ਤਾਂ ਵੱਡਾ ਇੱਕ ਸਟਾਰ ਸੀਗਾ ਤੇ ਉਹਦੇ ਉੱਤੇ ਇੰਨਾ ਗੱਲ ਹੋ ਜਾਂਦਾ, ਜੇ ਆਮ ਵਿਅਕਤੀ ਤੁਸੀਂ ਗੱਲ ਕਰ ਰਹੇ ਸੀ ਤਾਂ ਉਹਨਾਂ ਦੇ ਫੌਰਨ ਜਿਹੜਾ ਪਰਚਾ ਹੋ ਜਾਂਦਾ ਵਾ। ਸੋ ਅੱਗੇ ਨਹੀਂ ਹੁੰਦਾ ਤਾਂ ਤੁਸੀਂ ਕੀ ਜਿਹੜਾ ਅਗਲਾ ਤੁਹਾਡਾ ਐਕਸ਼ਨ ਕੀ ਰਹੇ? ਦੇਖੋ ਮੈਂ ਇੱਥੇ ਬੜਾ ਕਲੀਅਰ ਕਰ ਦਿੰਦਾ, ਸਾਨੂੰ ਜਿਹੜੀਆਂ ਡਾਇਰੈਕਸ਼ਨ ਤੇ ਨਹੀਂ ਮੈਂ ਕਹੂੰਗਾ, ਇੰਸਟਰਕਸ਼ਨਸ ਜਿਹੜੀਆਂ ਸਾਡੀਆਂ ਐਲੀ ਮਾਂਗਟ ਵੱਲੋਂ ਨੇ ਉਹ ਇਹ ਨੇ ਕਿ ਮਰਦੇ ਦਮ ਤੱਕ ਹਿਸਾਬ ਲਊਂਗਾ। ਕੋਈ ਅਸੀਂ ਲੇਟ ਨਹੀਂ, ਸਾਲ ਸਵਾ ਸਾਲ ਹੋ ਗਿਆ ਆ ਹੁਣ ਉਹ ਸੈਣੀ ਸਾਹਿਬ ਵਾਲੇ ਕੇਸ 29 ਸਾਲ ਬਾਅਦ ਇਨਸਾਫ ਮਿਲਿਆ। ਸੋ ਅਸੀਂ ਪੂਰੇ ਦ੍ਰਿੜ ਹਾਂ, ਡਿਟਰਮਿੰਡ ਹਾਂ, ਕੌਨਫੀਡੈਂਟ ਹਾਂ ਕਿ ਅਸੀਂ ਆਪਣੇ ਕਲਾਇੰਟ ਨੂੰ ਇਨਸਾਫ ਕਰਾਉਣ ਲਈ ਸਾਨੂੰ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਸਾਨੂੰ ਕੋਈ ਗੁਰੇਜ਼ ਨਹੀਂ, ਅਸੀਂ ਜਾਵਾਂਗੇ। ਥੈਂਕ ਯੂ ਸਰ। ਸੋ ਇਹ ਸੀ GS ਘੁੰਮਣ ਜਿਨ੍ਹਾਂ ਨੇ ਦੱਸਿਆ ਕਿ 5 ਲੱਖ ਰੁਪਏ ਤੱਕ ਦੀ ਜਿਹੜੀ ਗੱਲ ਹੈ ਉਹ ਐਡਮਿਟ ਹੋ ਚੁੱਕੀ ਆ। ਜਿਹੜੀ ਸਿੱਟ ਬਣਾਈ ਗਈ ਸੀ ਉਸ ਦੇ ਸਾਹਮਣੇ ਇਸ ਗੱਲ ਨੂੰ ਮੰਨਿਆ ਜਾ ਚੁੱਕਿਆ ਕਿ ਜਿਹੜੀ ਇੰਨੇ ਪੈਸੇ ਨੇ ਉਹ ਲਏ ਗਏ ਸੀਗੇ। ਸੋ ਉਹ ਜਿਹੜਾ ਪਰਚੇ ਸੀਗੇ ਉਹ ਨਹੀਂ ਹੋਏ ਹੈਗੇ, ਜਾਂ ਉਹਨਾਂ ਤੇ FIR ਨਹੀਂ ਹੋਈ ਹੈਗੀ, ਜਾਂ ਪੁਲਿਸ ਦੇ ਉਹ ਲੋਕਾਂ ਨੂੰ ਸਿੱਟ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਕਈ ਗੰਭੀਰ ਜਿਹੜੇ ਇਲਜ਼ਾਮ ਨੇ GS ਘੁੰਮਣ ਵੱਲੋਂ ਲਗਾਏ ਗਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਨੂੰ ਵੀ ਤਾਇਦ ਕੀਤਾ ਕਿ ਭਾਵੇਂ ਮਰਦੇ ਦਮ ਤੱਕ ਸਾਨੂੰ ਕਿਤੇ ਤੱਕ ਵੀ ਲੜਾਈ ਲੜਨੀ ਪਵੇ। ਸਮੇਤ ਸੈਣੀ ਵਾਲੇ ਕੇਸ ਦੀ ਗੱਲ ਕੀਤੀ ਹੈ ਕਿ 29 ਸਾਲ ਬਾਅਦ ਵੀ ਜਿਹੜਾ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਆ। ਸੋ ਇਸ ਤਰ੍ਹਾਂ ਅਸੀਂ ਵੀ ਭਾਵੇਂ ਸੁਪਰੀਮ ਕੋਰਟ ਤੱਕ ਜਾਣਾ ਪਵੇ ਤਾਂ ਉਸ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਦਿਵਾਵਾਂਗੇ। ਹਰਪ੍ਰੀਤ ਸਿੰਘ ਜਸਵਾਲ, ਪੰਜਾਬ ਕੇਸਰੀ, ਜਗਬਾਣੀ TV, ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।